सत श्री अकाल दोस्तों, स्वागत है ਤੁਹਾਡੇ ਆਪਣੇ चैनल पीवी पंजाबी कहानियां ते। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰੀ ਪਤਨੀ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ, ਇਸ ਲਈ ਮੈਂ ਉਸ ਲਈ ਟਿਊਸ਼ਨ ਅਧਿਆਪਕ ਘਰ ਹੀ ਰੱਖ ਲਿਆ। ਪਰ ਇੱਕ ਦਿਨ ਅਚਾਨਕ ਉਸਨੇ ਕਿਹਾ ਕਿ ਮੈਂ ਗਰਭਵਤੀ ਹਾਂ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਇਹ ਸੰਭਵ ਨਹੀਂ ਸੀ। ਤਾਂ ਉਹ ਗਰਭਵਤੀ ਕਿਵੇਂ ਹੋ ਗਈ? ਮੈਂ ਆਪਣੀ ਪਤਨੀ ਦਾ DNA ਟੈਸਟ ਕਰਵਾਇਆ। DNA ਟੈਸਟ ਦੀ ਰਿਪੋਰਟ ਆਉਣ ਨੂੰ ਅਜੇ ਕੁਝ ਸਮਾਂ ਬਾਕੀ ਰਹਿ ਗਿਆ ਸੀ ਅਤੇ ਹਰ ਬੀਤਦੇ ਪਲ ਮੇਰੇ ਦਿਲ ਵਿੱਚ ਬੇਚੈਨੀ ਵੱਧਦੀ ਜਾ ਰਹੀ ਸੀ। ਮੈਂ ਆਪਣੀ ਪਤਨੀ ਦੇ ਚਰਿੱਤਰਹੀਣ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਦੇ ਪਿਆਰ ਲਈ ਮੈਂ ਆਪਣਾ ਘਰ ਛੱਡ ਦਿੱਤਾ ਸੀ। ਉਸ ਦੇ ਜ਼ੋਰ ਪਾਉਣ ਤੇ ਮੈਂ DNA ਟੈਸਟ ਕਰਵਾਇਆ, ਕਿਉਂਕਿ ਉਹ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਬੇਕਸੂਰ ਹੈ। ਨਤੀਜਾ ਜੋ ਵੀ ਹੋਵੇ, ਸਾਡਾ ਰਿਸ਼ਤਾ ਟੁੱਟਣਾ ਹੀ ਸੀ। ਮੈਨੂੰ ਸਭ ਤੋਂ ਵੱਧ ਦੁੱਖ ਇਹ ਸੀ ਕਿ ਅੱਜ ਮੈਂ ਆਪਣੇ ਸਭ ਤੋਂ ਕੀਮਤੀ ਰਿਸ਼ਤੇ ਨੂੰ ਖੋਣ ਦੀ ਕੰਗਾਰ 'ਤੇ ਸੀ। ਕੁਝ ਮਹੀਨੇ ਪਹਿਲਾਂ ਸਭ ਕੁਝ ਠੀਕ ਸੀ। ਮੇਰਾ ਅਤੇ ਮੀਨਾ ਦਾ ਰਿਸ਼ਤਾ ਬਹੁਤ ਖੂਬਸੂਰਤ ਸੀ। ਮੈਨੂੰ ਸਭ ਤੋਂ ਵੱਧ ਦੁੱਖ ਇਹ ਸੀ ਕਿ ਅੱਜ ਮੈਂ ਆਪਣੇ ਸਭ ਤੋਂ ਕੀਮਤੀ ਰਿਸ਼ਤੇ ਨੂੰ ਖੋਣ ਦੀ ਕੰਗਾਰ 'ਤੇ ਸੀ। ਕੁਝ ਮਹੀਨੇ ਪਹਿਲਾਂ ਸਭ ਕੁਝ ਠੀਕ ਸੀ। ਮੇਰਾ ਅਤੇ ਮੀਨਾ ਦਾ ਰਿਸ਼ਤਾ ਬਹੁਤ ਖੂਬਸੂਰਤ ਸੀ। ਅਸੀਂ ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਫਿਰ ਅਚਾਨਕ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਕਿ ਸਭ ਕੁਝ ਬਦਲ ਗਿਆ। ਮੈਂ ਮੀਨਾ ਨਾਲ ਆਪਣੀ ਪਸੰਦ ਦਾ ਵਿਆਹ ਕੀਤਾ ਸੀ। ਮੀਨਾ ਦੇ ਘਰ ਵਾਲੇ ਸਾਡੇ ਗੁਆਂਢ ਵਿੱਚ ਨਵੇਂ ਹੀ ਸ਼ਿਫਟ ਹੋਏ ਸੀ। ਮੀਨਾ ਦੇ ਘਰ ਦੀ ਹਾਲਤ ਠੀਕ ਨਹੀਂ ਸੀ। ਮੀਨਾ ਜਦੋਂ 16 ਸਾਲ ਦੀ ਸੀ ਤਾਂ ਉਸ ਨੂੰ 10ਵੀਂ ਤੋਂ ਬਾਅਦ ਪੜ੍ਹਾਈ ਛੱਡਣੀ ਪਈ। ਇੱਕ ਦਿਨ ਮੌਕਾ ਦੇਖ ਕੇ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸੀ ਤੇ ਆਪਣੇ ਪਿਆਰ ਦਾ ਇਜ਼ਹਾਰ ਵੀ ਕੀਤਾ। ਉਹ ਸ਼ਾਇਦ ਮੇਰੀਆਂ ਭਾਵਨਾਵਾਂ ਬਾਰੇ ਪਹਿਲਾਂ ਹੀ ਜਾਣਦੀ ਸੀ। ਉਸ ਨੇ ਇਹ ਗੱਲ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤੀ ਕਿ ਮੈਂ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ, ਪਰ ਮੇਰੀ ਇੱਕ ਸ਼ਰਤ ਹੈ ਕਿ ਵਿਆਹ ਤੋਂ ਬਾਅਦ ਮੈਂ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ, ਪਰ ਹਾਲਾਤ ਨੇ ਮੈਨੂੰ ਮਜਬੂਰ ਕਰ ਦਿੱਤਾ ਅਤੇ ਮੈਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡਣੀ ਪਈ। ਮੀਨਾ ਦੀਆਂ ਗੱਲਾਂ ਸੁਣ ਕੇ ਮੈਂ ਬਹੁਤ ਖੁਸ਼ ਹੋ ਗਿਆ ਅਤੇ ਉਸ ਨਾਲ ਵਾਅਦਾ ਕੀਤਾ ਕਿ ਮੈਂ ਉਸ ਨੂੰ ਵਿਆਹ ਤੋਂ ਬਾਅਦ ਹੋਰ ਪੜ੍ਹਾਈ ਕਰਾਉਣ ਲਈ ਤਿਆਰ ਹਾਂ ਅਤੇ ਜਿੱਥੋਂ ਤੱਕ ਉਹ ਪੜ੍ਹਾਈ ਕਰਨਾ ਚਾਹੁੰਦੀ ਹੈ, ਮੈਂ ਉਸ ਦਾ ਸਾਥ ਦੇਵਾਂਗਾ। ਮੈਂ ਇਸ ਖੁਸ਼ੀ ਵਿੱਚ ਪਾਗਲ ਸੀ, ਕਿਉਂਕਿ ਉਸ ਨੇ ਮੇਰਾ ਵਿਆਹ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਸੀ। ਮੈਂ 26 ਸਾਲ ਦਾ ਹੋਣ ਵਾਲਾ ਸੀ ਅਤੇ ਮੀਨਾ ਸਿਰਫ 16 ਸਾਲ ਦੀ ਸੀ। ਸਾਡੇ ਵਿਚਕਾਰ ਉਮਰ ਦਾ ਬਹੁਤ ਫਰਕ ਸੀ, ਪਰ ਪਿਆਰ ਕਰਨ ਵਾਲੇ ਲੋਕ ਉਮਰ, ਰੰਗ ਜਾਂ ਜਾਤ ਨਹੀਂ ਦੇਖਦੇ। ਜਦੋਂ ਮੈਂ ਆਪਣੇ ਘਰ ਵਿੱਚ ਮੇਰੇ ਅਤੇ ਮੀਨਾ ਦੇ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਮੇਰੀ ਮਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਅਤੇ ਮੀਨਾ ਵਿੱਚ ਉਮਰ ਦਾ ਬਹੁਤ ਅੰਤਰ ਹੈ। ਨਾ ਤਾਂ ਉਹ ਸਾਡੀ ਜਾਤ ਨਾਲ ਸੰਬੰਧਿਤ ਹੈ ਅਤੇ ਉਹ ਮਾਸੂਮ ਤੇ ਛੋਟੀ ਹੈ। ਉਹ ਇੱਕ ਭਾਰੀ ਜ਼ਿੰਮੇਵਾਰੀ ਕਿਵੇਂ ਸਹਿ ਸਕੇਗੀ? ਮਾਂ ਦੇ ਬੋਲ ਮੇਰੇ ਉੱਪਰੋਂ ਲੰਘ ਗਏ। ਪਿਆਰ ਦਾ ਜਜ਼ਬਾ ਮੇਰੇ ਸਿਰ 'ਤੇ ਸਵਾਰ ਸੀ, ਇਸ ਲਈ ਮੈਂ ਆਪਣੀ ਮਾਂ ਦੀ ਗੱਲ ਕਿਵੇਂ ਸਮਝ ਸਕਦਾ ਸੀ। ਮੈਂ ਜ਼ਿੱਦ ਕਰਨ ਲੱਗਾ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਮੇਰੀ ਜ਼ੁਬਾਨ 'ਤੇ ਇੱਕ ਹੀ ਗੱਲ ਸੀ ਕਿ ਮੈਂ ਵਿਆਹ ਕਰਾਂਗਾ ਤਾਂ ਮੀਨਾ ਨਾਲ ਹੀ ਕਰਾਂਗਾ, ਕਿਸੇ ਹੋਰ ਨਾਲ ਨਹੀਂ। ਮੇਰੀ ਭੈਣ ਅਤੇ ਭਰਜਾਈ ਨੇ ਮਾਂ ਨੂੰ ਸਮਝਾਇਆ ਕਿ ਰਾਮ ਨੇ ਕਿਸੇ ਨਾ ਕਿਸੇ ਨਾਲ ਤਾਂ ਵਿਆਹ ਕਰਵਾਉਣਾ ਹੀ ਹੈ, ਇਸ ਲਈ ਉਸ ਦੀ ਪਸੰਦ ਨਾਲ ਵਿਆਹ ਕਰਨਾ ਬਿਹਤਰ ਹੋਵੇਗਾ। ਨਹੀਂ ਤਾਂ ਕਿਸੇ ਹੋਰ ਕੁੜੀ ਨੂੰ ਲਿਆ ਕੇ ਉਸ ਦੀ ਜ਼ਿੰਦਗੀ ਖਰਾਬ ਕਰਨ ਦਾ ਕੀ ਫਾਇਦਾ? ਪਰਿਵਾਰ ਵਾਲਿਆਂ ਨੇ ਕਹਿਣ ਤੇ ਮੇਰੀ ਮਾਂ ਕਿਸੇ ਤਰ੍ਹਾਂ ਰਾਜ਼ੀ ਹੋ ਗਈ ਅਤੇ ਕੁਝ ਦਿਨਾਂ ਬਾਅਦ ਮੇਰਾ ਅਤੇ ਮੀਨਾ ਦਾ ਵਿਆਹ ਹੋ ਗਿਆ ਅਤੇ ਮੀਨਾ ਸਾਡੇ ਘਰ ਦੁਲਹਨ ਬਣ ਕੇ ਆਈ। ਮੈਂ ਆਪਣੀ ਪਸੰਦ ਦਾ ਵਿਆਹ ਕਰਵਾ ਕੇ ਖੁਸ਼ ਸੀ। ਵਿਆਹ ਤੋਂ ਇੱਕ ਹਫ਼ਤਾ ਬਾਅਦ ਜਦੋਂ ਮੀਨਾ ਨੇ ਮੈਨੂੰ ਆਪਣਾ ਵਾਅਦਾ ਯਾਦ ਕਰਵਾਇਆ ਤਾਂ ਮੈਂ ਚੁੱਪ ਹੋ ਗਿਆ, ਕਿਉਂਕਿ ਹੁਣ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ ਅਤੇ ਦਾਖਲਾ ਵੀ ਸ਼ੁਰੂ ਹੋ ਗਿਆ ਸੀ। ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਪਰ ਮੈਨੂੰ ਪਤਾ ਸੀ ਕਿ ਮੇਰੀ ਮਾਂ ਮੀਨਾ ਨੂੰ ਅੱਗੇ ਦੀ ਪੜ੍ਹਾਈ ਨਹੀਂ ਕਰਨ ਦੇਵੇਗੀ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੀਨਾ ਵਿੱਚ ਪੜ੍ਹਾਈ ਦਾ ਜਨੂੰਨ ਖਤਮ ਹੋ ਜਾਵੇਗਾ, ਪਰ ਉਸ ਨੇ ਮੇਰੇ ਨਾਲ ਵਿਆਹ ਇਸ ਕਰਕੇ ਕਰਾਇਆ ਸੀ ਕਿ ਮੈਂ ਉਸ ਨੂੰ ਅੱਗੇ ਪੜ੍ਹਾ ਸਕਾਂ। ਮੇਰੀ ਮਾਂ ਨੇ ਮੇਰੀਆਂ ਭੈਣਾਂ ਨੂੰ ਵੀ ਬਹੁਤੀ ਪੜ੍ਹਾਈ ਨਹੀਂ ਕਰਨ ਦਿੱਤੀ। ਮੇਰੀ ਮਾਂ ਪੁਰਾਣੇ ਵਿਚਾਰਾਂ ਦੀ ਔਰਤ ਹੈ। ਉਹ ਸਮਝਦੀ ਸੀ ਕਿ ਕੁੜੀਆਂ ਜ਼ਿਆਦਾ ਪੜ੍ਹ ਕੇ ਲੋਕਾਂ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ, ਪਰ ਹੁਣ ਮੈਂ ਮੀਨਾ ਨਾਲ ਵਾਅਦਾ ਕਰ ਲਿਆ ਸੀ, ਇਸ ਲਈ ਮੈਂ ਸਵੇਰੇ ਜਾ ਕੇ ਆਪਣੀ ਮਾਂ ਦੇ ਕੋਲ ਬੈਠ ਗਿਆ
ਅਤੇ ਉਸ ਨੂੰ ਕਿਹਾ ਕਿ ਮੈਂ ਮੀਨਾ ਨੂੰ ਅੱਗੇ ਪੜ੍ਹਾਉਣਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਮਾਂ ਗੁੱਸੇ ਨਾਲ ਲਾਲ ਹੋ ਗਈ ਤੇ ਕਹਿਣ ਲੱਗੀ ਕਿ ਤੂੰ ਕਿਹੜਾ ਆਪਣੀ ਪਤਨੀ ਨੂੰ ਨੌਕਰੀ ਕਰਵਾਉਣੀ ਆ, ਤੂੰ ਉਸ ਦੀ ਪੜ੍ਹਾਈ ਪਿੱਛੇ ਕਿਉਂ ਪੈ ਗਿਆ। ਸਾਡੇ ਭਾਈਚਾਰਿਆਂ ਵਿੱਚ ਕੁੜੀਆਂ ਪੜ੍ਹੀਆਂ ਲਿਖੀਆਂ ਨਹੀਂ ਹਨ, ਕਿਉਂਕਿ ਕੱਲ੍ਹ ਨੂੰ ਉਹ ਸਾਡੇ ਸਿਰ ਤੇ ਬੈਠਣੀਆਂ ਅਤੇ ਉਹਨਾਂ ਨੂੰ ਸਾਡੀ ਹਰ ਗੱਲ ਅਤੇ ਹਰ ਫੈਸਲਾ ਗਲਤ ਨਜ਼ਰ ਆਵੇਗਾ। ਮੈਂ ਕਾਫੀ ਦੇਰ ਤੱਕ ਮਾਂ ਨੂੰ ਮਨਾਉਂਦਾ ਰਿਹਾ, ਪਰ ਉਸ ਦਾ ਫੈਸਲਾ ਨਹੀਂ ਬਦਲਿਆ। ਉਹ ਆਪਣੇ ਫੈਸਲੇ ਤੇ ਅੜੀ ਰਹੀ। ਉਸ ਨੇ ਮੀਨਾ ਨੂੰ ਅੱਗੇ ਪੜ੍ਹਨ ਤੋਂ ਸਖਤੀ ਮਨ੍ਹਾ ਨਾ ਕਰ ਦਿੱਤੀ ਕਿ ਹੁਣ ਉਸ ਨੂੰ ਘਰ-ਬਾਰ ਸੰਭਾਲਣਾ ਦਿਓ, ਅਸੀਂ ਉਸ ਨੂੰ ਕਲੈਕਟਰ ਨਹੀਂ ਬਣਾਉਣਾ। ਮਾਂ ਦੇ ਫੈਸਲੇ ਤੋਂ ਦੁਖੀ ਹੋ ਕੇ ਮੈਂ ਵਾਪਸ ਕਮਰੇ ਵਿੱਚ ਆ ਗਿਆ, ਜਿੱਥੇ ਮੀਨਾ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਉਸ ਨੂੰ ਪਤਾ ਸੀ ਕਿ ਮੈਂ ਉਸ ਦੀ ਮਾਂ ਨਾਲ ਉਸ ਦੀ ਪੜ੍ਹਾਈ ਬਾਰੇ ਗੱਲ ਕਰਨ ਗਿਆ ਸੀ, ਪਰ ਜਿਵੇਂ ਹੀ ਉਸ ਨੇ ਮੇਰਾ ਚਿਹਰਾ ਦੇਖਿਆ, ਉਹ ਸਭ ਕੁਝ ਸਮਝ ਗਈ ਅਤੇ ਮੇਰੇ ਨਾਲ ਗੱਲ ਕੀਤੇ ਬਿਨਾਂ ਉਹ ਆਪਣਾ ਮੂੰਹ ਮੋੜ ਕੇ ਲੇਟ ਗਈ ਅਤੇ ਉਸ ਦੇ ਰੋਣ ਦੀਆਂ ਆਵਾਜ਼ਾਂ ਸਾਰੇ ਕਮਰੇ ਵਿੱਚ ਸੁਣ ਰਹੀਆਂ ਸੀ। ਮੈਂ ਮੀਨਾ ਨੂੰ ਇੰਨਾ ਪਿਆਰ ਕਰਦਾ ਸੀ ਕਿ ਮੈਂ ਉਸ ਦੀਆਂ ਅੱਖਾਂ ਵਿੱਚ ਇੱਕ ਹੰਝੂ ਵੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਅਤੇ ਜਿਸ ਤਰ੍ਹਾਂ ਉਹ ਰੋ ਰਹੀ ਸੀ, ਮੈਂ ਸਹਿ ਨਹੀਂ ਸਕਦਾ ਸੀ। ਮੈਂ ਆਪਣਾ ਸਿਰ ਮੀਨਾ ਦੇ ਮੋਢੇ ਤੇ ਰੱਖ ਕੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮੈਨੂੰ ਥੋੜਾ ਸਮਾਂ ਦਿਓ, ਮੈਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਮਾਂ ਨੂੰ ਮਨਾ ਲਵਾਂਗਾ। ਉਹ ਸਾਰੀ ਰਾਤ ਸਿਰਹਾਣੇ ਤੇ ਸਿਰ ਰੱਖ ਕੇ ਰੋਂਦੀ ਰਹੀ ਤੇ ਮੈਂ ਸੋਚਦਾ ਰਿਹਾ ਕਿ ਮਾਂ ਨੂੰ ਪੜ੍ਹਾਈ ਲਈ ਕਿਵੇਂ ਮਨਾਵਾਂ। ਅਗਲੀ ਸਵੇਰ ਨਾਸ਼ਤੇ ਕਰਦੇ ਸਮੇਂ ਮਾਂ ਨੇ ਸਾਰਿਆਂ ਦੇ ਸਾਹਮਣੇ ਸਖਤੀ ਨਾਲ ਕਿਹਾ, ਆਪਣੇ ਘਰ ਕੁੜੀਆਂ ਦੀ ਜ਼ਿਆਦਾ ਪੜ੍ਹਾਈ ਨਾ ਤਾਂ ਪਹਿਲਾਂ ਚੰਗੀ ਸਮਝੀ ਜਾਂਦੀ ਸੀ ਅਤੇ ਨਾ ਹੀ ਭਵਿੱਖ ਵਿੱਚ ਅਜਿਹਾ ਹੋਵੇਗਾ। ਮਾਂ ਨੇ ਇਹ ਗੱਲ ਮੀਨਾ ਨੂੰ ਸੁਣਾਈ ਸੀ, ਪਰ ਮਾਂ ਦੀ ਇਹ ਗੱਲ ਨੇ ਮੇਰਾ ਦਿਲ ਤੋੜ ਦਿੱਤਾ। ਮੀਨਾ ਮੇਰੀ ਪਤਨੀ ਸੀ ਅਤੇ ਮੈਂ ਉਸ ਲਈ ਇੰਨਾ ਤਾਂ ਕਰ ਸਕਦਾ ਸੀ ਕਿ ਮੈਂ ਉਸ ਨੂੰ ਅੱਗੇ ਪੜ੍ਹਾ ਸਕਾਂ, ਪਰ ਮੇਰੀ ਮਾਂ ਆਪਣੀ ਇੱਛਾ ਸਾਡੇ ਤੇ ਥੋਪ ਰਹੀ ਸੀ। ਮੈਂ ਦਿਲ ਵਿੱਚ ਸੋਚਣ ਲੱਗਾ ਕਿ ਪਤਾ ਨਹੀਂ ਮੀਨਾ ਮੇਰੇ ਬਾਰੇ ਕੀ ਸੋਚਦੀ ਹੋਵੇਗੀ। ਮੈਂ ਕਿਹੋ ਜਿਹਾ ਆਦਮੀ ਹਾਂ, ਮੈਂ ਆਪਣੀ ਪਤਨੀ ਦੇ ਭਵਿੱਖ ਬਾਰੇ ਵੀ ਨਹੀਂ ਸੋਚ ਸਕਦਾ। ਇਹ ਸਭ ਸੋਚ ਕੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਜੋ ਅੱਜ ਤੱਕ ਹੁੰਦਾ ਰਿਹਾ ਹੈ ਉਹ ਭਵਿੱਖ ਵਿੱਚ ਵੀ ਹੋਵੇ, ਇਹ ਜ਼ਰੂਰੀ ਨਹੀਂ, ਕਿਉਂਕਿ ਹੁਣ ਦੁਨੀਆ ਬਦਲ ਰਹੀ ਹੈ। ਮੈਂ ਚਾਹੁੰਦਾ ਹਾਂ ਕਿ ਮੀਨਾ ਅੱਗੇ ਵਧੇ ਅਤੇ ਮੈਂ ਉਸ ਨੂੰ ਦਾਖਲਾ ਦਿਵਾਵਾਂਗਾ ਤਾਂ ਜੋ ਉਹ ਜਿੰਨਾ ਚਾਹੇ ਪੜ੍ਹਾਈ ਕਰ ਸਕੇ। ਮੇਰੇ ਇਸ ਰਵੱਈਏ ਨਾਲ ਮਾਂ ਨੂੰ ਲੱਗਾ ਕਿ ਮੀਨਾ ਨੇ ਮੈਨੂੰ ਉਸ ਦੇ ਵਿਰੁੱਧ ਭੜਕਾਇਆ ਹੈ। ਉਸ ਨੇ ਗੁੱਸੇ ਵਿੱਚ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਆਪਣਾ ਘਰ ਵੱਖ ਕਰ ਲਓ ਅਤੇ ਜੋ ਵੀ ਮਨ ਵਿੱਚ ਆਵੇ ਕਰ ਲਓ। ਇਹ ਘਰ ਮੇਰਾ ਹੈ, ਇੱਥੇ ਮੇਰੀ ਮਰਜ਼ੀ ਚੱਲੇਗੀ। ਕੱਲ੍ਹ ਆਈ ਇਸ ਕੁੜੀ ਲਈ ਮੇਰੇ ਅਸੂਲ ਨਹੀਂ ਬਦਲ ਸਕਦੇ। ਮਾਂ ਦਾ ਹਰ ਫੈਸਲਾ ਪੱਥਰ ਤੇ ਲਕੀਰ ਸੀ ਅਤੇ ਮੈਂ ਸਮਝਦਾ ਸੀ ਕਿ ਮਾਂ ਮੀਨਾ ਨੂੰ ਕਿਸੇ ਵੀ ਹਾਲਤ ਵਿੱਚ ਅੱਗੇ ਨਹੀਂ ਵਧਣ ਦੇਵੇਗੀ। ਇਸ ਲਈ ਮੈਂ ਉਸੇ ਦਿਨ ਵੱਖਰੇ ਘਰ ਵਿੱਚ ਰਹਿਣ ਦਾ ਫੈਸਲਾ ਕੀਤਾ, ਕਿਉਂਕਿ ਮੈਂ ਮੀਨਾ ਨਾਲ ਕੀਤਾ ਵਾਅਦਾ ਨਹੀਂ ਤੋੜ ਸਕਿਆ। ਮੇਰੇ ਲਈ ਵੱਖਰਾ ਕਿਰਾਏ ਦਾ ਮਕਾਨ ਲੈ ਕੇ ਘਰ ਦੇ ਖਰਚੇ ਪੂਰੇ ਕਰਨੇ ਬਹੁਤ ਔਖੇ ਸਨ। ਨਾਲ ਹੀ ਮੈਨੂੰ ਮੀਨਾ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਣਾ ਪਿਆ, ਪਰ ਮੈਂ ਮੀਨਾ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਸਾਬਤ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ 2-2 ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੀਨਾ ਦਾ ਦਾਖਲਾ ਵੀ ਵੱਖਰਾ ਘਰ ਲੈ ਕੇ ਕਰਵਾ ਲਿਆ। ਹਰ ਪਿਆਰ ਕਰਨ ਵਾਲੇ ਪਤੀ ਦੀ ਤਰ੍ਹਾਂ ਮੈਂ ਵੀ ਆਪਣੀ ਪਤਨੀ ਦੀ ਹਰ ਇੱਛਾ ਪੂਰੀ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਮੈਂ ਸਖਤੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਮੀਨਾ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਸੀ। ਉਹ ਪੜ੍ਹਾਈ ਕਰਨ ਲੱਗ ਪਈ, ਪਰ ਉਸ ਨੂੰ ਟਿਊਸ਼ਨ ਅਧਿਆਪਕ ਦੀ ਲੋੜ ਸੀ। ਮੈਂ ਉਸ ਨੂੰ ਕਿਸੇ ਕੋਚਿੰਗ ਸੈਂਟਰ ਵਿੱਚ ਨਹੀਂ ਲਗਾ ਸਕਦਾ ਸੀ, ਕਿਉਂਕਿ ਮੇਰੇ ਕੋਲ ਪਹਿਲਾਂ ਬਹੁਤ ਸਾਰੇ ਖਰਚੇ ਸਨ। ਇਸੇ ਲਈ ਮੈਂ ਆਪਣੇ ਦੋਸਤ ਮੋਹਨ ਨੂੰ ਕੁਝ ਸਮਾਂ ਕੱਢ ਕੇ ਆਪਣੇ ਘਰ ਆ ਕੇ ਮੀਨਾ ਨੂੰ ਪੜ੍ਹਾਉਣ ਲਈ ਕਿਹਾ। ਮੋਹਨ ਮੇਰਾ ਬਹੁਤ ਪੁਰਾਣਾ ਦੋਸਤ ਸੀ ਅਤੇ ਮੈਂ ਉਸ ਦੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀ। ਮੇਰੀ ਗੱਲ ਸੁਣ ਕੇ ਮੋਹਨ ਝੱਟ ਮੰਨ ਗਿਆ ਅਤੇ ਅਗਲੇ ਦਿਨ ਤੋਂ ਹੀ ਉਹ ਆ ਕੇ ਮੀਨਾ ਨੂੰ ਪੜ੍ਹਾਉਣ ਲੱਗਾ। ਜਦੋਂ ਵੀ ਮੈਂ ਦਫ਼ਤਰ ਤੋਂ ਘਰ ਆਉਂਦਾ ਜਾਂ ਤਾਂ ਮੀਨਾ ਕਿਤਾਬਾਂ ਵਿੱਚ ਮਗਨ ਰਹਿੰਦੀ ਜਾਂ ਆਪਣੇ ਮੋਬਾਈਲ ਫੋਨ ਤੇ ਲੱਗੀ ਰਹਿੰਦੀ। ਜਦੋਂ ਮੈਂ ਪੁੱਛਦਾ ਤਾਂ ਉਹ ਕਹਿੰਦੀ ਕਿ ਉਹ ਮੋਹਨ ਕੋਲ ਪੜ੍ਹ ਰਹੀ ਹੈ। ਕਈ ਵਾਰ ਜਦੋਂ ਮੈਂ ਉਸ ਤੋਂ ਥੋੜਾ ਸਮਾਂ ਅਤੇ ਪਿਆਰ ਚਾਹੁੰਦਾ ਤਾਂ ਉਹ ਮੈਨੂੰ ਸਾਫ਼ ਮਨ੍ਹਾ ਕਰ ਦਿੰਦੀ ਤੇ ਕਹਿੰਦੀ ਕਿ ਉਸ ਦੇ ਇਮਤਿਹਾਨ ਆਉਣ ਵਾਲੇ ਹਨ ਅਤੇ ਉਹ ਉਹਨਾਂ ਦੀ ਤਿਆਰੀ ਕਰ ਰਹੀ ਹੈ ਅਤੇ ਉਹ ਸਾਰੀ ਰਾਤ ਪੜ੍ਹਦੀ ਰਹਿੰਦੀ। ਉਸ ਦੀ ਪੜ੍ਹਾਈ ਦੀ ਖਾਤਰ ਮੈਂ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਆਪਣੇ ਸੀਨੇ ਵਿੱਚ ਦੱਬ ਲਿਆ। ਕਈ ਵਾਰ ਜੇ ਮੇਰੀਆਂ ਭਾਵਨਾਵਾਂ ਬੇਕਾਬੂ ਹੋਣ ਲੱਗਦੀਆਂ ਤਾਂ ਮੈਂ ਜ਼ਬਰਦਸਤੀ ਉਸ ਨਾਲ ਕੁਝ ਸਮਾਂ ਬਿਤਾਉਂਦਾ।
ਪਰ ਇਸ ਤੇ ਹੀ ਉਹ ਨਾਰਾਜ਼ਗੀ ਜ਼ਾਹਰ ਕਰਦੀ। ਪਤਾ ਨਹੀਂ ਕਿਉਂ ਉਸ ਨੂੰ ਸਾਡੇ ਰਿਸ਼ਤੇ ਨਾਲੋਂ ਪੜ੍ਹਾਈ ਵਿੱਚ ਜ਼ਿਆਦਾ ਦਿਲਚਸਪੀ ਸੀ। ਅੱਧੀ ਰਾਤ ਤੱਕ ਉਹ ਮੋਹਨ ਨਾਲ ਫੋਨ ਤੇ ਰੁੱਝੀ ਰਹਿੰਦੀ ਅਤੇ ਨਾਲ ਹੀ ਆਪਣੀਆਂ ਕਿਤਾਬਾਂ 'ਚ ਕੁਝ ਨਾ ਕੁਝ ਲਿਖਦੀ ਰਹਿੰਦੀ। ਮੈਂ ਲੰਬੇ ਸਮਿਆਂ ਤੋਂ ਆਪਣੀ ਮਾਂ ਦੇ ਘਰ ਨਹੀਂ ਜਾ ਸਕਿਆ ਸੀ ਅਤੇ ਮੀਨਾ ਕੋਲ ਸਮਾਂ ਨਹੀਂ ਸੀ। ਇਸ ਲਈ ਮੈਂ ਇਕੱਲਾ ਹੀ ਆਪਣੀ ਮਾਂ ਨੂੰ ਮਿਲਣ ਚਲਾ ਗਿਆ। ਮਾਂ ਦੀ ਸਿਹਤ ਠੀਕ ਨਹੀਂ ਸੀ। ਉਹ ਮੈਨੂੰ ਦੇਖ ਕੇ ਖੁਸ਼ ਹੋ ਗਈ ਅਤੇ ਮੀਨਾ ਬਾਰੇ ਪੁੱਛਣ ਲੱਗੀ। ਉਹ ਪਹਿਲਾਂ ਨਾਲੋਂ ਬਹੁਤ ਬਦਲ ਗਈ ਸੀ। ਸਮੇਂ ਨੇ ਉਸ ਨੂੰ ਬਦਲ ਦਿੱਤਾ ਸੀ। ਮੈਂ ਉਸ ਨੂੰ ਦੱਸਿਆ ਕਿ ਇਸ ਸਮੇਂ ਇਮਤਿਹਾਨ ਹੋਣ ਵਾਲੇ ਹਨ ਅਤੇ ਉਹ ਪੜ੍ਹਾਈ ਵਿੱਚ ਰੁੱਝੀ ਹੋਈ ਹੈ, ਹਮੇਸ਼ਾ ਪੜ੍ਹਾਈ ਵਿੱਚ ਲੱਗੀ ਰਹਿੰਦੀ ਹੈ। ਪਰ ਜਦੋਂ ਮਾਂ ਨੂੰ ਮੋਹਨ ਬਾਰੇ ਪਤਾ ਲੱਗਾ ਤਾਂ ਉਹ ਕਹਿਣ ਲੱਗੀ, ਸਭ ਕੁਝ ਠੀਕ ਹੈ, ਪਰ ਤੁਹਾਡੀ ਗੈਰ ਹਾਜ਼ਰੀ ਵਿੱਚ ਇਹ ਗੈਰ ਆਦਮੀ ਉਸ ਨੂੰ ਪੜ੍ਹਾਉਣ ਲਈ ਆਉਂਦਾ ਹੈ। ਘੱਟੋ ਘੱਟ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਘਰ ਦੀ ਇੱਜ਼ਤ ਨੂੰ ਕਿਸੇ ਹੋਰ ਮਰਦਾਂ ਨਾਲ ਇਕੱਲੇ ਕਿਵੇਂ ਛੱਡ ਸਕਦੇ ਹੋ। ਮੈਨੂੰ ਬਹੁਤ ਅਜੀਬ ਲੱਗਾ। ਮੈਂ ਕਿਹਾ, ਮੋਹਨ ਮੇਰਾ ਦੋਸਤ ਹੈ, ਉਹ ਕੋਈ ਗੈਰ ਨਹੀਂ ਹੈ। ਮੇਰੀ ਗੱਲ ਸੁਣ ਕੇ ਮਾਂ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ, ਉਹ ਤੇਰਾ ਦੋਸਤ ਹੈ ਪਰ ਤੇਰੀ ਪਤਨੀ ਦਾ ਕੁਝ ਨਹੀਂ, ਤੇ ਜਿੱਥੇ ਤੱਕ ਮੇਰੀ ਗੱਲ ਹੈ ਉਹ ਮੈਨੂੰ ਮਾਂ ਦਾ ਦਰਜਾ ਵੀ ਦਿੰਦੀ ਹੈ, ਪਰ ਉਹ ਤੇਰੀ ਪਤਨੀ ਦਾ ਕੀ ਲੱਗਦਾ ਹੈ। ਮਾਂ ਦੇ ਬੋਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਮੈਂ ਸਾਰੇ ਰਾਹ ਇਹੀ ਸੋਚ ਰਿਹਾ ਸੀ ਕਿ ਮਾਂ ਸਹੀ ਤਾਂ ਕਹਿ ਰਹੀ ਹੈ। ਜਦੋਂ ਤੋਂ ਮੋਹਨ ਨੇ ਮੀਨਾ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹੈ, ਸਾਡੇ ਵਿੱਚ ਕਿੰਨੀ ਦੂਰੀ ਆ ਗਈ ਹੈ। ਮੋਹਨ ਹਮੇਸ਼ਾ ਮੀਨਾ ਨੂੰ ਕਿਸੇ ਨਾ ਕਿਸੇ ਟੈਸਟ ਵਿੱਚ ਉਲਝਾ ਕੇ ਰੱਖਦਾ ਹੈ। ਇਸੇ ਲਈ ਮੈਂ ਸੋਚ ਲਿਆ ਕਿ ਹੁਣ ਮੈਂ ਮੀਨਾ ਲਈ ਨਵੀਂ ਮਹਿਲਾ ਅਧਿਆਪਕ ਦਾ ਪ੍ਰਬੰਧ ਕਰਾਂਗਾ ਅਤੇ ਮੈਂ ਮੋਹਨ ਨੂੰ ਘਰ ਆਉਣ ਤੋਂ ਮਨਾ ਕਰ ਦੇਵਾਂਗਾ। ਇਹ ਸੋਚਦੇ ਹੋਏ ਜਦੋਂ ਮੈਂ ਘਰ ਪਹੁੰਚਿਆ ਤਾਂ ਮੀਨਾ ਉੱਚੀ ਉੱਚੀ ਰੋ ਰਹੀ ਸੀ। ਉਸ ਨੂੰ ਇਸ ਤਰ੍ਹਾਂ ਰੋਂਦਾ ਦੇਖ ਕੇ ਮੈਂ ਡਰ ਗਿਆ ਅਤੇ ਉਸ ਦੇ ਰੋਣ ਦਾ ਕਾਰਨ ਪੁੱਛਿਆ। ਕਈ ਵਾਰ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਗਰਭਵਤੀ ਹੈ। ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਆ ਗਏ, ਪਰ ਮੀਨਾ ਇਸ ਗੱਲ ਤੋਂ ਖੁਸ਼ ਨਹੀਂ ਸੀ। ਉਸ ਨੂੰ ਸਿਰਫ ਚਿੰਤਾ ਸੀ ਕਿ ਹੁਣ ਉਹ ਚੰਗੀ ਤਰ੍ਹਾਂ ਪੜ੍ਹ ਨਹੀਂ ਸਕੇਗੀ। ਮੈਂ ਉਸ ਨੂੰ ਸਮਝਾਇਆ ਕਿ ਜਿੰਨੀ ਪੜ੍ਹਾਈ ਹੁੰਦੀ ਹੈ ਕਰ ਲਵੇ, ਜ਼ਿਆਦਾ ਮੱਥਾ ਮਾਰਨ ਦੀ ਲੋੜ ਨਹੀਂ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਮੋਹਨ ਨੂੰ ਹਟਾ ਕੇ ਉਸ ਦੇ ਲਈ ਇੱਕ ਨਵੇਂ ਅਧਿਆਪਕ ਦਾ ਪ੍ਰਬੰਧ ਕਰਨ ਜਾ ਰਿਹਾ ਹਾਂ। ਮੇਰੀ ਗੱਲ ਸੁਣ ਕੇ ਉਹ ਗੁੱਸੇ 'ਚ ਆ ਗਈ ਤੇ ਕਹਿਣ ਲੱਗੀ, ਟਿਊਸ਼ਨ ਅਧਿਆਪਕ ਬਦਲਣ ਦੀ ਕੀ ਲੋੜ ਹੈ। ਮੋਹਨ ਸਰ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹਨ ਅਤੇ ਉਹਨਾਂ ਦੀ ਪੜ੍ਹਾਈ ਦੀ ਮੈਨੂੰ ਸਮਝ ਵੀ ਆਉਂਦੀ ਹੈ। ਉਸ ਦਾ ਇਹ ਬਦਲਿਆ ਹੋਇਆ ਵਤੀਰਾ ਦੇਖ ਕੇ ਮੈਂ ਹੈਰਾਨ ਰਹਿ ਗਿਆ ਤੇ ਮੈਂ ਗੁੱਸੇ 'ਚ ਬੋਲਿਆ, ਤੂੰ ਤਾਂ ਪੜ੍ਹਨਾ ਹੀ ਹੈ, ਚਾਹੇ ਕੋਈ ਵੀ ਪੜ੍ਹਾ ਦੇਵੇ, ਕੀ ਫਰਕ ਪੈਂਦਾ ਹੈ। ਮੇਰੀ ਗੱਲ ਸੁਣ ਕੇ ਉਹ ਆਕੜ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਨੂੰ ਉਸ ਦੇ ਇਸ ਵਤੀਰੇ ਤੇ ਬਹੁਤ ਗੁੱਸਾ ਆਇਆ ਅਤੇ ਉਸ ਨੂੰ ਮਨਾਉਣ ਦੀ ਥਾਂ ਮੈਂ ਕਮਰੇ ਵਿੱਚ ਹੀ ਬੈਠਾ ਰਿਹਾ। ਮੈਂ ਸੋਚ ਰਿਹਾ ਸੀ ਕਿ ਅੱਜ ਹੀ ਸਾਨੂੰ ਖੁਸ਼ੀ ਮਿਲੀ ਸੀ ਅਤੇ ਅੱਜ ਹੀ ਸਾਡੀ ਲੜਾਈ ਹੋ ਗਈ। ਮੈਨੂੰ ਕਾਫੀ ਦੇਰ ਬਾਅਦ ਅਹਿਸਾਸ ਹੋਇਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਅਜੇ 'ਚ ਉਸ ਨੂੰ ਟਿਊਸ਼ਨ ਦੇਣਾ ਗਲਤ ਹੈ। ਇਹ ਸੋਚ ਕੇ ਮੈਂ ਉਸ ਦੇ ਪਿੱਛੇ ਪਿੱਛੇ ਉਸ ਨੂੰ ਮਨਾਉਣ ਲਈ ਰਸੋਈ ਵੱਲ ਗਿਆ, ਪਰ ਮੈਂ ਦੇਖਿਆ ਕਿ ਉਹ ਕਿਸੇ ਹੋਰ ਨਾਲ ਫੋਨ ਤੇ ਗੱਲ ਕਰ ਰਹੀ ਸੀ। ਥੋੜੇ ਹੀ ਸਮੇਂ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਉਹ ਮੋਹਨ ਨਾਲ ਗੱਲ ਕਰ ਰਹੀ ਹੈ ਅਤੇ ਮੋਹਨ ਨੂੰ ਮੇਰੇ ਬਾਰੇ ਸ਼ਿਕਾਇਤ ਕਰ ਰਹੀ ਹੈ। ਇਹ ਸਭ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ। ਮੈਂ ਉਸ ਨੂੰ ਪੜ੍ਹਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹਾਂ। ਮੈਂ 2-2 ਨੌਕਰੀਆਂ ਕਰ ਰਿਹਾ ਹਾਂ ਅਤੇ ਉਹ ਮੇਰੇ ਬਾਰੇ ਇੱਕ ਗੈਰ ਆਦਮੀ ਨੂੰ ਸ਼ਿਕਾਇਤ ਕਰ ਰਹੀ ਹੈ। ਮੀਨਾ ਲਈ ਪਹਿਲੀ ਵਾਰ ਮੇਰੇ ਦਿਲ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੋਈ। ਕੋਈ ਵੀ ਔਰਤ ਕਿਸੇ ਗੈਰ ਮਰਦ ਕੋਲ ਆਪਣੇ ਪਤੀ ਬਾਰੇ ਬੁਰਾਈ ਕਿਵੇਂ ਕਰ ਸਕਦੀ ਹੈ। ਮਾਂ ਸਹੀ ਸੀ। ਮੈਂ ਮੋਹਨ ਤੇ ਬਹੁਤ ਭਰੋਸਾ ਕੀਤਾ ਸੀ। ਮੈਂ ਮੀਨਾ ਨੂੰ ਮਨਾਉਣ ਦੀ ਥਾਂ ਕਮਰੇ ਵਿੱਚ ਵਾਪਸ ਆ ਗਿਆ ਅਤੇ ਸਾਰੀ ਰਾਤ ਉਸ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਸੋਚਿਆ ਕਿ ਸ਼ਾਇਦ ਉਹ ਖੁਦ ਮੇਰੇ ਨਾਲ ਗੱਲ ਕਰਨਾ ਸ਼ੁਰੂ ਕਰ ਦੇਵੇਗੀ, ਪਰ ਉਹ ਵੀ ਬਹੁਤ ਜਿੱਦੀ ਸੀ। ਉਹ ਸਵੇਰੇ ਸਕੂਲ ਚਲੀ ਗਈ ਤੇ ਮੈਨੂੰ ਨਾਸ਼ਤਾ ਵੀ ਨਾ ਦਿੱਤਾ। ਮੇਰਾ ਦਿਮਾਗ ਬਹੁਤ ਖਰਾਬ ਹੋ ਗਿਆ ਅਤੇ ਮੈਂ ਦਫ਼ਤਰ ਜਾਣ ਲਈ ਘਰੋਂ ਨਿਕਲਿਆ, ਪਰ ਇੱਧਰ ਉੱਧਰ ਸੜਕਾਂ ਤੇ ਘੁੰਮਦਾ ਰਿਹਾ। ਮਾਂ ਦੇ ਘਰ ਕੁਝ ਸਮਾਂ ਬਿਤਾਉਣ ਤੋਂ ਬਾਅਦ ਮੈਂ ਸੋਚਿਆ ਕਿ ਮੋਹਨ ਤੇ ਆਉਣ ਦਾ ਸਮਾਂ ਹੋ ਗਿਆ ਹੈ। ਅੱਜ ਮੈਂ ਮੋਹਨ ਨੂੰ ਮਿਲਾਂਗਾ ਅਤੇ ਆਮੋ ਸਾਹਮਣੇ ਗੱਲ ਕਰਾਂਗਾ ਅਤੇ ਉਸ ਨੂੰ ਦੱਸਾਂਗਾ ਕਿ ਮੈਂ ਮੀਨਾ ਨੂੰ ਉਸ ਤੋਂ ਪੜ੍ਹਾਉਣਾ ਨਹੀਂ ਚਾਹੁੰਦਾ। ਮੈਂ ਉਸ ਦੇ ਲਈ ਇੱਕ ਹੋਰ ਅਧਿਆਪਕ ਦਾ ਇੰਤਜ਼ਾਮ ਕੀਤਾ ਹੈ। ਮੈਂ ਆਪਣੀ ਮਾਂ ਦੇ ਘਰ ਤੋਂ ਆਪਣੇ ਘਰ ਪਹੁੰਚਿਆ, ਪਰ ਜਿਵੇਂ ਹੀ ਮੈਂ ਘਰ ਦੇ ਅੰਦਰ ਵੜਿਆ ਤਾਂ ਮੈਨੂੰ ਕਮਰੇ ਵਿੱਚੋਂ ਮੀਨਾ ਤੇ ਮੋਹਨ ਦੀ ਆਵਾਜ਼ ਸੁਣਾਈ ਦਿੱਤੀ। ਕਮਰੇ ਵਿੱਚ ਜਾਣ ਦੀ ਥਾਂ ਮੈਂ ਬਾਹਰ ਹੀ ਰੁਕ ਗਿਆ, ਕਿਉਂਕਿ ਮੀਨਾ ਬਹੁਤ ਰੋ ਰਹੀ ਸੀ ਅਤੇ ਮੋਹਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੀਨਾ ਮੋਹਨ ਨੂੰ ਕਹਿ ਰਹੀ ਸੀ ਕਿ ਉਹ ਇਸ ਬੱਚੇ ਨੂੰ ਦੁਨੀਆ 'ਚ ਨਹੀਂ ਲਿਆਉਣਾ ਚਾਹੁੰਦੀ। ਜੇ ਉਸ ਦਾ ਬਸ ਚੱਲੇ ਤਾਂ ਉਹ ਹੁਣੇ ਹੀ
इस बच्चे नूं खत्म कर देवे। मीना दीयां गल्लां ने मेरे पैरां हेठों जमीन कढ दित्ती ते ओ मोहन नूं कह रही सी कि जे तू मेरी जिंदगी विच ना आया हुंदा तां मैं कदे भी अपने सुपनिਆਂ नूं हकीकत विच नहीं बदल सकदी सी। मैं दरवाजे दे कोने तो अंदर झात मारी अते देखिया कि मोहन मीना नूं जफ्फी पा रिहा सी अते चुपचाप उसदा दुख सुण रिहा सी। दोहां नूं इस तरह इकट्ठे देख के मेरा शरीर नूं अग लग गई। मैं तुरंत कमरे विच गया अते मोहन नूं मीना तो दूर कर दिता ਅਤੇ मीना ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ, ਇਹ ਤੁਹਾਡੀ ਪੜ੍ਹਾਈ ਸੀ ਜਿਸ ਲਈ ਮੈਂ ਤੁਹਾਨੂੰ ਸਾਰੀ ਰਾਤ ਮੋਹਨ ਨਾਲ ਫੋਨ ਤੇ ਗੱਲ ਕਰਨੀ ਪੈਂਦੀ ਸੀ। ਤੂੰ ਮੇਰੇ ਪਿਆਰ ਦਾ ਮਜ਼ਾਕ ਉਡਾਇਆ ਹੈ। ਮੋਹਨ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਉਸ ਤੋਂ ਕੁਝ ਨਹੀਂ ਸੁਣਨਾ ਚਾਹੁੰਦਾ ਸੀ। ਮੇਰੇ ਨਾਲੋਂ ਕਿਤੇ ਵੱਧ ਲਗਾਓ ਮੀਨਾ ਦਾ ਮੋਹਨ ਨਾਲ ਸੀ। ਮੇਰੀ ਗੈਰ ਹਾਜ਼ਰੀ ਵਿੱਚ ਦੋਵੇਂ ਘੰਟੇ ਇਕੱਠੇ ਬਿਤਾਉਂਦੇ ਸਨ। ਇਹ ਸਭ ਦੇਖ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਮੀਨਾ ਦਾ ਬੱਚਾ ਮੇਰਾ ਨਹੀਂ ਸਗੋਂ ਮੋਹਨ ਦਾ ਬੱਚਾ ਹੈ ਅਤੇ ਇਹੀ ਗੱਲ ਮੇਰੇ ਮੂੰਹ ਤੇ ਆ ਗਈ। ਮੇਰੀ ਗੱਲ ਸੁਣ ਕੇ ਮੀਨਾ ਬੋਲੀ, ਰਾਮ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਹਿ ਰਹੇ ਹੋ। ਤੁਸੀਂ ਆਪਣੀ ਪਤਨੀ ਦੇ ਚਰਿੱਤਰ ਤੇ ਦੋਸ਼ ਲਗਾ ਰਹੇ ਹੋ। ਮੈਨੂੰ ਇੰਨਾ ਗੁੱਸਾ ਆਇਆ ਕਿ ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਿ ਦਿੱਤਾ ਅਤੇ ਮੈਂ ਚੁੱਪ ਹੋ ਕੇ ਬੈਠ ਗਿਆ। ਇਹ ਸਭ ਦੇਖ ਕੇ ਮੋਹਨ ਆਪਣੇ ਘਰ ਵਾਪਸ ਚਲਾ ਗਿਆ ਪਰ ਮੀਨਾ ਕਿਸੇ ਵੀ ਹਾਲਤ ਵਿੱਚ ਚੁੱਪ ਰਹਿਣ ਲਈ ਤਿਆਰ ਨਹੀਂ ਸੀ। ਉਸਨੇ ਮੈਨੂੰ ਕਾਲਰ ਤੋਂ ਫੜ ਕੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਤੁਸੀਂ ਮੇਰਾ DNA ਟੈਸਟ ਕਰਵਾ ਲਓ ਤਾਂ ਜੋ ਇਹ ਸਾਬਤ ਹੋ ਸਕੇ ਕਿ ਚਰਿੱਤਰਹੀਨ ਮੈਂ ਨਹੀਂ ਬਲਕਿ ਇਹ ਗੰਦਗੀ ਤੁਹਾਡੇ ਦਿਮਾਗ ਵਿੱਚ ਫੈਲੀ ਹੋਈ ਹੈ। ਉਸ ਦੀ ਸਲਾਹ ਤੇ ਮੈਂ ਟੈਸਟ ਕਰਵਾਇਆ ਪਰ ਮੈਂ ਖੁਦ ਵੀ ਨਹੀਂ ਜਾਣਦਾ ਸੀ ਕਿ ਨਤੀਜਾ ਕੀ ਆਉਣਾ ਹੈ। ਮੈਂ ਮੀਨਾ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੈਂ ਗੁੱਸੇ ਵਿੱਚ ਕਈ ਗਲਤ ਗੱਲਾਂ ਕਹੀਆਂ ਸਨ। ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਇਸ ਟੈਸਟ ਦੇ ਅਨੁਸਾਰ ਬੱਚਾ ਮੇਰਾ ਨਹੀਂ ਸਗੋਂ ਮੋਹਨ ਦਾ ਸੀ। ਇਹ ਪਤਾ ਲੱਗਣ ਤੇ ਮੀਨਾ ਦੇ ਹੋਸ਼ ਉੱਡ ਗਏ ਅਤੇ ਉਹ ਮੇਰੇ ਪੈਰਾਂ 'ਚ ਡਿੱਗ ਕੇ ਕਹਿਣ ਲੱਗੀ, ਮੈਂ ਅਜਿਹਾ ਕੁਝ ਨਹੀਂ ਕੀਤਾ ਪਰ ਪਤਾ ਨਹੀਂ ਇਹ ਸਭ ਕਿਵੇਂ ਹੋ ਗਿਆ। ਪਰ ਹੁਣ ਮੇਰੇ ਕੋਲ ਕਹਿਣ ਜਾਂ ਸੁਣਨ ਲਈ ਕੁਝ ਨਹੀਂ ਸੀ। ਰਿਪੋਰਟਾਂ ਸਾਫ਼ ਦੱਸ ਰਹੀਆਂ ਸਨ ਕਿ ਬੱਚਾ ਮੇਰਾ ਨਹੀਂ ਹੈ। ਇਹ ਸਭ ਜਾਣ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ ਅਤੇ ਜੀਣ ਦਾ ਕੋਈ ਕਾਰਨ ਨਹੀਂ ਬਚਿਆ ਹੈ। ਮੈਂ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਸੀ ਅਤੇ ਮੇਰੀ ਪਤਨੀ ਮੇਰੇ ਪਿੱਠ ਪਿੱਛੋਂ ਇਹੋ ਜਿਹੀਆਂ ਖੇਡਾਂ ਖੇਡ ਰਹੀ ਸੀ। ਮੈਂ ਹਸਪਤਾਲ ਛੱਡ ਕੇ ਸਿੱਧਾ ਮੋਹਨ ਦੇ ਘਰ ਚਲਾ ਗਿਆ ਕਿਉਂਕਿ ਹੁਣ ਮੈਂ ਉਸ ਤੋਂ ਸਵਾਲ ਕਰਨਾ ਸੀ ਕਿ ਉਹ ਮੇਰਾ ਸਭ ਤੋਂ ਵਧੀਆ ਦੋਸਤ ਸੀ। ਫਿਰ ਉਸਨੇ ਮੇਰੇ ਪਿੱਠ ਵਿੱਚ ਛੁਰਾ ਕਿਉਂ ਮਾਰਿਆ। ਮੋਹਨ ਦੇ ਘਰ ਦਾ ਦਰਵਾਜ਼ਾ ਉਸ ਦੀ ਮਾਂ ਨੇ ਖੋਲ੍ਹਿਆ। ਮੈਂ ਉਸ ਦੇ ਘਰ ਬਹੁਤ ਆਉਂਦਾ ਜਾਂਦਾ ਸੀ ਇਸ ਲਈ ਮੈਂ ਸਿੱਧਾ ਉਸ ਦੇ ਕਮਰੇ ਵਿੱਚ ਚਲਾ ਗਿਆ ਪਰ ਉੱਥੇ ਪਹੁੰਚ ਕੇ ਮੈਨੂੰ ਅਜਿਹਾ ਭਿਆਨਕ ਹਕੀਕਤ ਦਾ ਪਤਾ ਲੱਗਾ ਕਿ ਮੈਂ ਦੰਗ ਰਹਿ ਗਿਆ। ਜਿੱਥੇ ਮੋਹਨ ਪਹਿਲਾਂ ਹੀ ਆਪਣੇ ਕਮਰੇ ਵਿੱਚ ਬੈਠਾ ਇੱਕ ਦੋਸਤ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਦੱਸ ਰਿਹਾ ਸੀ ਕਿ ਇੱਕ ਦਿਨ ਉਸਨੇ ਮੀਨਾ ਨੂੰ ਜੂਸ ਵਿੱਚ ਨਸ਼ੇ ਦੀ ਦਵਾਈ ਮਿਲਾ ਕੇ ਉਸ ਨਾਲ ਆਪਣੀ ਹਵਸ ਪੂਰੀ ਕੀਤੀ ਅਤੇ ਹੁਣ ਉਸ ਨੂੰ ਡਰ ਹੈ ਕਿ ਕਿਤੇ DNA ਟੈਸਟ ਵਿੱਚ ਬੱਚਾ ਉਸ ਦਾ ਨਾ ਹੋਵੇ। ਉਸ ਦਾ ਦੋਸਤ ਉਸ ਨੂੰ ਭਰੋਸਾ ਦੇ ਰਿਹਾ ਸੀ ਕਿ ਚਿੰਤਾ ਨਾ ਕਰੋ, ਅਜਿਹਾ ਕੁਝ ਨਹੀਂ ਹੋਵੇਗਾ। ਉਹ ਇੱਕ ਸੰਬੰਧ ਬਣਾਉਣ ਨਾਲ ਗਰਭਵਤੀ ਕਿਵੇਂ ਹੋ ਸਕਦੀ ਹੈ ਅਤੇ ਜਦੋਂ ਕਿ ਉਸਨੇ ਆਪਣੇ ਪਤੀ ਨਾਲ ਕਈ ਵਾਰ ਸੰਬੰਧ ਬਣਾਏ ਹੋਣਗੇ। ਇਹ ਸਭ ਸੁਣ ਕੇ ਮੇਰੇ ਸਿਰ ਤੇ ਅਸਮਾਨ ਟੁੱਟ ਗਿਆ। ਅੱਜ ਮੈਨੂੰ ਮਾਂ ਦੀ ਗੱਲ ਸਮਝ ਆਈ। ਮੈਂ ਕਿਸੇ ਗੈਰ ਮਨੁੱਖ ਤੇ ਭਰੋਸਾ ਕਰਕੇ ਆਪਣੇ ਘਰ ਆਉਣ ਦੀ ਇਜਾਜ਼ਤ ਦਿੱਤੀ ਅਤੇ ਇਹ ਗੱਲ ਮੇਰੇ ਲਈ ਸਜ਼ਾ ਬਣ ਗਈ। ਇਸ ਲਈ ਮੀਨਾ ਗਲਤ ਨਹੀਂ ਸੀ ਪਰ ਉਹ ਪੜ੍ਹਾਈ ਦੀ ਸ਼ੌਕੀਨ ਸੀ ਅਤੇ ਮੈਂ ਉਸ ਨੂੰ ਦੋਸ਼ੀ ਸਮਝਦਾ ਸੀ। ਮੋਹਨ ਦੀ ਨਜ਼ਰ ਮੇਰੇ ਤੇ ਪਈ ਅਤੇ ਉਹ ਆਪਣੀ ਗਲਤੀ ਦੀ ਮਾਫ਼ੀ ਮੰਗਣ ਲੱਗਾ ਪਰ ਮੇਰੇ ਕੋਲ ਉਸ ਨੂੰ ਮਾਫ਼ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ। ਮੈਂ ਉਸ ਦੀ ਮਾਂ ਨੂੰ ਸਾਰੀ ਸੱਚਾਈ ਦੱਸੀ ਅਤੇ ਸਜ਼ਾ ਅਤੇ ਮਾਫ਼ੀ ਦਾ ਫੈਸਲਾ ਉਸ ਤੇ ਛੱਡ ਕੇ ਮੀਨਾ ਕੋਲ ਵਾਪਸ ਆ ਗਿਆ। ਮੈਂ ਆਪਣੇ ਰਿਸ਼ਤੇ ਨੂੰ ਬਚਾਉਣਾ ਸੀ ਕਿਉਂਕਿ ਮੈਂ ਅਜੇ ਵੀ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਕਦੇ ਵੀ ਕਿਸੇ ਅਜਨਬੀ ਤੇ ਇੰਨਾ ਭਰੋਸਾ ਨਾ ਕਰੋ ਕਿ ਤੁਸੀਂ ਆਪਣੇ ਘਰ ਦੀ ਇੱਜ਼ਤ ਨੂੰ ਇਕੱਲੀ ਉਸ ਕੋਲ ਛੱਡ ਦਿਓ। ਕੋਈ ਗੈਰ ਕਿੰਨਾ ਵੀ ਚੰਗਾ ਹੋਵੇ ਉਹ ਗੈਰ ਹੀ ਹੁੰਦਾ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।